ਕੱਲ੍ਹ ਰਾਤ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਮੇਰੀ ਜ਼ਿੰਦਗੀ ਦੇ ਕਈ ਪਹਿਲੂਆਂ ਨੂੰ ਛੂਹ ਲਿਆ। ਸ਼ਾਮ ਦੇ ਲਗਭਗ 7 ਵਜੇ ਹੋਣਗੇ, ਮੋਬਾਈਲ ਦੀ ਘੰਟੀ ਵੱਜੀ। ਫੋਨ ਚੱਕਿਆ ਤਾਂ ਦੂਜੇ ਪਾਸਿਓਂ ਰੋਣ ਦੀ ਆਵਾਜ਼ ਆਈ। ਮੈਂ ਉਹਨਾਂ ਨੂੰ ਚੁੱਪ ਕਰਾਇਆ ਤੇ ਪੁੱਛਿਆ, ਕੀ ਹੋਇਆ ਭਾਬੀ ਜੀ? ਉੱਧਰੋਂ ਆਵਾਜ਼ ਆਈ, ਤੁਸੀਂ ਕਿੱਥੇ ਹੋ ਅਤੇ ਕਿੰਨੀ ਦੇਰ ਵਿੱਚ ਆ ਸਕਦੇ ਹੋ? ਮੈਂ ਕਿਹਾ, ਤੁਸੀਂ ਗੱਲ ਤਾਂ ਦੱਸੋ ਭਾਬੀ ਜੀ, ਨਾਲੇ ਭਾਈ ਸਾਹਿਬ ਕਿੱਥੇ ਹਨ? ਮਾਂ ਜੀ ਕਿੱਥੇ ਹੈ? ਆਖਿਰ ਹੋਇਆ ਕੀ? ਪਰ ਭਾਬੀ ਨੇ ਸਿਰਫ ਇੱਕੋ ਰੱਟ ਲਾਈ ਹੋਈ ਸੀ ਕਿ ਤੁਸੀਂ ਆ ਜਾਓ। ਮੈਂ ਕਿਹਾ ਕਿ ਮੈਨੂੰ ਪਹੁੰਚਣ ਲਈ ਘੱਟੋ ਘੱਟ 1 ਘੰਟਾ ਲੱਗੇਗਾ। ਕਿਸੇ ਤਰ੍ਹਾਂ ਮੈਂ ਪੂਰੀ ਤਰ੍ਹਾਂ ਘਬਰਾਇਆ ਹੋਇਆ ਪਹੁੰਚਿਆ ਕਿ ਅਜਿਹਾ ਕੀ ਹੋ ਗਿਆ, ਐਸੀ ਕਿਹੜੀ ਗੱਲ ਹੋ ਗਈ ਜੋ ਭਾਬੀ ਜੀ ਦੀ ਇਹ ਹਾਲਤ ਸੀ। ਘਰ ਪਹੁੰਚਿਆ ਤਾਂ ਸਾਹਮਣੇ ਭਾਈ ਸਾਹਿਬ ਬੈਠੇ ਸਨ। ਭਾਈ ਸਾਹਿਬ ਮਤਲਬ ਸਾਡਾ ਦੋਸਤ ਜੋ ਜੱਜ ਹੈ। ਭਾਬੀ ਜੀ ਬੁਰੀ ਤਰ੍ਹਾਂ ਰੋ ਰਹੀ ਹੈ। 12 ਸਾਲ ਦਾ ਬੇਟਾ ਵੀ ਪਰੇਸ਼ਾਨ ਹੈ। 9 ਸਾਲ ਦੀ ਬੇਟੀ ਵੀ ਕੁਝ ਨਹੀਂ ਕਹਿ ਪਾ ਰਹੀ। ਮੈਂ ਭਾਈ ਸਾਹਿਬ ਨੂੰ ਪੁੱਛਿਆ ਕਿ ਆਖਰ ਕੀ ਗੱਲ ਹੈ। ਉਹ ਕੋਈ ਜਵਾਬ ਨਹੀਂ ਦੇ ਰਿਹਾ ਸੀ। ਫਿਰ ਭਾਬੀ ਨੇ ਕਿਹਾ, ਆਹ ਦੇਖ, ਅਦਾਲਤ ਤੋਂ ਤਲਾਕ ਦੇ ਕਾਗਜ਼ ਤਿਆਰ ਕਰਵਾਏ ਹਨ। ਇਹ ਮੈਨੂੰ ਤਲਾਕ ਦੇਣਾ ਚਾਹੁੰਦੇ ਹਨ। ਮੈਂ ਹੈਰਾਨ ਕਿ ਇਹ ਕਿਵੇਂ ਹੋ ਸਕਦਾ ਹੈ। ਇੰਨਾ ਵਧੀਆ ਪਰਿਵਾਰ, 2 ਬੱਚੇ ਹਨ, ਸਭ ਕੁਝ ਸੈਟਲ ਹੈ। ਪਹਿਲੀ ਨਜ਼ਰ 'ਚ ਮੈਨੂੰ ਲੱਗਿਆ ਕਿ ਇਹ ਇੱਕ ਮਜ਼ਾਕ ਸੀ, ਪਰ ਮੈਂ ਬੱਚਿਆਂ ਨੂੰ ਪੁੱਛਿਆ ਕਿ ਦਾਦੀ ਕਿੱਥੇ ਹੈ, ਤਾਂ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਦਾਦੀ ਨੂੰ 3 ਦਿਨ ਪਹਿਲਾਂ ਨੋਇਡਾ ਦੇ ਇੱਕ ਬਿਰਧ ਆਸ਼ਰਮ 'ਚ ਭੇਜ ਦਿੱਤਾ ਹੈ। ਮੈਂ ਨੌਕਰ ਨੂੰ ਕਿਹਾ ਕਿ ਚਾਹ ਬਣਾਵੇ। ਥੋੜ੍ਹੀ ਦੇਰ ਵਿੱਚ ਚਾਹ ਆ ਗਈ। ਬਹੁਤ ਕੋਸ਼ਿਸ਼ ਕੀਤੀ ਕਿ ਭਾਈ ਸਾਹਿਬ ਨੂੰ ਚਾਹ ਪਿਲਾਉਣ ਦੀ, ਪਰ ਉਹਨਾਂ ਨੇ ਨਹੀਂ ਪੀਤੀ ਅਤੇ ਥੋੜ੍ਹੇ ਸਮੇਂ ਬਾਅਦ ਉਹ ਮਾਸੂਮ ਬੱਚੇ ਵਾਂਗ ਫੁੱਟ-ਫੁੱਟ ਕੇ ਰੋਣ ਲੱਗ ਪਏ। ਕਹਿਣ ਲੱਗੇ ਕਿ ਮੈਂ 3 ਦਿਨਾਂ ਤੋਂ ਕੁਝ ਨਹੀਂ ਖਾਧਾ। ਮੈਂ ਆਪਣੀ 61 ਸਾਲਾ ਮਾਂ ਨੂੰ ਅਣਜਾਣ ਲੋਕਾਂ ਦੇ ਹਵਾਲੇ ਕਰ ਆਇਆ ਹਾਂ। ਪਿਛਲੇ ਸਾਲ ਤੋਂ ਮੇਰੇ ਘਰ 'ਚ ਮੇਰੀ ਮਾਂ ਨੇ ਹੀ ਮੇਰੇ ਪਰਿਵਾਰ ਲਈ ਮੁਸੀਬਤ ਬਣ ਗਈ। ਮੇਰੀ ਪਤਨੀ ਨੇ ਸਹੁੰ ਖਾ ਲਈ ਕਿ ਮੈਂ ਆਪਣੀ ਮਾਂ ਦੀ ਸੰਭਾਲ ਨਹੀਂ ਕਰ ਸਕਦੀ। ਨਾ ਹੀ ਉਹ ਉਸ ਨਾਲ ਗੱਲ ਕਰਦੀ ਸੀ, ਨਾ ਹੀ ਮੇਰੇ ਬੱਚੇ ਗੱਲ ਕਰਦੇ ਸਨ। ਮੇਰੇ ਕੋਰਟ ਤੋਂ ਆਉਣ ਤੋਂ ਬਾਅਦ ਮਾਂ ਰੋਜ਼ ਰੋਇਆ ਕਰਦੀ ਸੀ। ਨੌਕਰ ਵੀ ਉਹਨਾਂ ਨਾਲ ਆਪਣੀ ਮਰਜ਼ੀ ਅਨੁਸਾਰ ਵਰਤਾਓ ਕਰਦੇ ਸਨ। 10 ਦਿਨ ਪਹਿਲਾਂ ਮਾਂ ਨੇ ਮੈਨੂੰ ਕਿਹਾ, ਬੇਟਾ ਤੂੰ ਮੈਨੂੰ ਬਿਰਧ ਆਸ਼ਰਮ ਸ਼ਿਫਟ ਕਰ ਦੇ। ਮੈਂ ਸਾਰੇ ਪਰਿਵਾਰ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਮਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ। ਜਦੋਂ ਮੈਂ 2 ਸਾਲ ਦਾ ਸੀ ਤਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ। ਮੇਰੀ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮੈਨੂੰ ਪੜ੍ਹਾਇਆ, ਮੈਨੂੰ ਇਸ ਕਾਬਿਲ ਬਣਾਇਆ ਕਿ ਅੱਜ ਮੈਂ ਜੱਜ ਹਾਂ। ਲੋਕ ਕਹਿੰਦੇ ਹਨ ਕਿ ਮਾਂ ਨੇ ਦੂਜਿਆਂ ਦੇ ਘਰ ਕੰਮ ਕਰਦਿਆਂ ਵੀ ਮੈਨੂੰ ਕਦੇ ਇਕੱਲਾ ਨਹੀਂ ਛੱਡਿਆ। ਮੈਂ ਉਸ ਮਾਂ ਨੂੰ ਬਿਰਧ ਆਸ਼ਰਮ ਵਿੱਚ ਸ਼ਿਫਟ ਕਰ ਦਿੱਤਾ। ਪਿਛਲੇ 3 ਦਿਨਾਂ ਤੋਂ ਮੈਂ ਆਪਣੀ ਮਾਂ ਦੇ ਹਰ ਦੁੱਖ ਨੂੰ ਯਾਦ ਕਰਕੇ ਤੜਫ ਰਿਹਾ ਹਾਂ ਜੋ ਉਸਨੇ ਮੇਰੇ ਲਈ ਸਹੇ ਸਨ। ਮੈਨੂੰ ਅੱਜ ਵੀ ਯਾਦ ਹੈ, ਜਦੋਂ ਮੈਂ 10ਵੀਂ ਦੇ ਪੇਪਰ ਦੇਣੇ ਸਨ, ਮਾਂ ਸਾਰੀ ਰਾਤ ਮੇਰੇ ਕੋਲ ਬੈਠੀ ਰਹਿੰਦੀ ਸੀ। ਇੱਕ ਵਾਰ ਜਦੋਂ ਮੈਂ ਸਕੂਲੋਂ ਆਇਆ ਤਾਂ ਮਾਂ ਨੂੰ ਤੇਜ਼ ਬੁਖਾਰ ਸੀ। ਉਸਦਾ ਸਰੀਰ ਗਰਮ ਸੀ, ਤਪ ਰਿਹਾ ਸੀ। ਮੈਂ ਕਿਹਾ, ਮਾਂ ਤੈਨੂੰ ਤਾਂ ਬੁਖਾਰ ਹੈ। ਉਸਨੇ ਹੱਸ ਕੇ ਕਿਹਾ, ਉਹ ਖਾਣਾ ਬਣਾ ਰਹੀ ਸੀ, ਇਸ ਲਈ ਗਰਮ ਹੈ। ਉਸਨੇ ਲੋਕਾਂ ਤੋਂ ਕਰਜ਼ਾ ਮੰਗ ਕੇ ਮੈਨੂੰ ਦਿੱਲੀ ਯੂਨੀਵਰਸਿਟੀ ਤੋਂ LLB ਤੱਕ ਪੜ੍ਹਾਇਆ। ਉਸਨੇ ਮੈਨੂੰ ਟਿਊਸ਼ਨ ਤੱਕ ਨਹੀਂ ਪੜ੍ਹਾਉਣ ਦਿੰਦੀ ਸੀ ਕਿ ਮੇਰਾ ਸਮਾਂ ਬਰਬਾਦ ਨਾ ਹੋਵੇ। ਇਹ ਕਹਿੰਦੇ ਹੋਏ ਉਹ ਰੋਣ ਲੱਗ ਪਈ ਅਤੇ ਕਿਹਾ, ਜਦ ਮੈਂ ਆਪਣੀ ਮਾਂ ਦਾ ਨਹੀਂ ਬਣ ਸਕਿਆ, ਫਿਰ ਆਪਣੀ ਪਤਨੀ ਤੇ ਬੱਚਿਆਂ ਦਾ ਕਿਵੇਂ ਬਣ ਸਕਦਾ ਹਾਂ? ਮੈਂ ਜਿਸ ਦੇ ਸਰੀਰ ਦਾ ਅੰਸ਼ ਹਾਂ, ਉਹਨਾਂ ਨੂੰ ਅਜਿਹੇ ਲੋਕਾਂ ਦੇ ਹਵਾਲੇ ਕਰ ਆਇਆ ਹਾਂ ਜਿਨ੍ਹਾਂ ਨੂੰ ਉਹਨਾਂ ਦੀਆਂ ਆਦਤਾਂ, ਉਹਨਾਂ ਦੀਆਂ ਬਿਮਾਰੀਆਂ ਬਾਰੇ ਕੁਝ ਨਹੀਂ ਪਤਾ। ਜਦੋਂ ਮੈਂ ਅਜਿਹੀ ਮਾਂ ਲਈ ਕੁਝ ਨਹੀਂ ਕਰ ਸਕਦਾ ਤਾਂ ਮੈਂ ਕਿਸੇ ਹੋਰ ਲਈ ਕੀ ਕਰ ਸਕਦਾ ਹਾਂ? ਜੇ ਆਜ਼ਾਦੀ ਇੰਨੀ ਪਿਆਰੀ ਹੈ ਤੇ ਮਾਂ ਇੰਨੀ ਬੋਝ ਲੱਗਦੀ ਹੈ ਤਾਂ ਮੈਂ ਪੂਰੀ ਆਜ਼ਾਦੀ ਦੇਣੀ ਚਾਹੁੰਦਾ ਹਾਂ। ਜਦੋਂ ਮਾਂ-ਬਾਪ ਤੋਂ ਬਿਨਾਂ ਪਲ ਗਏ ਬੱਚੇ, ਇਹ ਬੱਚੇ ਵੀ ਪਲ ਜਾਣਗੇ। ਇਸ ਲਈ ਮੈਂ ਤਲਾਕ ਲੈਣਾ ਚਾਹੁੰਦਾ ਹਾਂ। ਸਾਰੀ ਜਾਇਦਾਦ ਇਹਨਾਂ ਲੋਕਾਂ ਨੂੰ ਸੌਂਪ ਕੇ ਮੈਂ ਵੀ ਉਸ ਬਿਰਧ ਆਸ਼ਰਮ ਵਿੱਚ ਰਹਾਂਗਾ। ਘੱਟੋ ਘੱਟ ਮੈਂ ਮਾਂ ਦੇ ਕੋਲ ਤਾਂ ਰਹਿ ਸਕਾਂਗਾ। ਅਤੇ ਜੇ ਮੇਰੇ ਲਈ ਇੰਨਾ ਸਭ ਕੁਝ ਕਰਨ ਤੋਂ ਬਾਅਦ ਮਾਂ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹੈ ਤਾਂ ਇੱਕ ਦਿਨ ਮੈਨੂੰ ਵੀ ਤਾਂ ਜਾਣਾ ਹੀ ਪਵੇਗਾ। ਮਾਂ ਦੇ ਨਾਲ ਰਹਿਣ ਨਾਲ ਆਦਤ ਵੀ ਬਣ ਜਾਵੇਗੀ ਤੇ ਮਾਂ ਵਾਂਗੂ ਕੋਈ ਤਕਲੀਫ ਵੀ ਨਹੀਂ ਹੋਵੇਗੀ। ਉਹ ਬੋਲਣ ਨਾਲੋਂ ਵੱਧ ਰੋ ਰਿਹਾ ਸੀ। ਗੱਲਾਂ ਕਰਦਿਆਂ ਰਾਤ ਦੇ 12:30 ਵੱਜ ਚੁੱਕੇ ਸਨ। ਮੈਂ ਭਾਬੀ ਜੀ ਦਾ ਚਿਹਰਾ ਦੇਖਿਆ। ਉਹਨਾਂ ਦੀਆਂ ਅੱਖਾਂ ਵੀ ਪਛਤਾਵੇ ਨਾਲ ਭਰੀਆਂ ਹੋਈਆਂ ਸਨ। ਮੈਂ ਡਰਾਈਵਰ ਨੂੰ ਕਿਹਾ ਕਿ ਅਸੀਂ ਹੁਣੇ ਨੋਇਡਾ ਜਾਵਾਂਗੇ। ਭਾਬੀ ਜੀ ਅਤੇ ਬੱਚੇ, ਅਸੀਂ ਸਾਰੇ ਨੋਇਡਾ ਪਹੁੰਚ ਗਏ। ਬਹੁਤ ਬੇਨਤੀ ਕਰਨ ਤੇ ਹੀ ਬਿਰਧ ਆਸ਼ਰਮ ਦਾ ਗੇਟ ਖੁੱਲਿਆ। ਭਾਈ ਸਾਹਿਬ ਨੇ ਉਸ ਗੇਟਕੀਪਰ ਦੇ ਪੈਰ ਫੜ ਲਏ ਤੇ ਕਿਹਾ, ਇੱਥੇ ਮੇਰੀ ਮਾਂ ਹੈ, ਮੈਂ ਉਹਨਾਂ ਨੂੰ ਲੈਣ ਆਇਆ ਹਾਂ।
ਚੌਂਕੀਦਾਰ ਨੇ ਪੁੱਛਿਆ, ਕੀ ਕਰਦੇ ਹੋ ਜਨਾਬ? ਭਾਈ ਸਾਹਿਬ ਨੇ ਕਿਹਾ, ਮੈਂ ਜੱਜ ਹਾਂ। ਉਸ ਚੌਂਕੀਦਾਰ ਨੇ ਕਿਹਾ, ਜਦੋਂ ਸਾਰੇ ਸਬੂਤ ਸਾਹਮਣੇ ਹਨ ਫਿਰ ਵੀ ਤੁਸੀਂ ਆਪਣੀ ਮਾਂ ਨਾਲ ਇਨਸਾਫ ਨਹੀਂ ਕਰ ਸਕੇ, ਦੂਸਰਿਆਂ ਨਾਲ ਕੀ ਇਨਸਾਫ ਕਰੋਗੇ ਜਨਾਬ? ਇਹ ਕਹਿ ਕੇ ਉਹ ਸਾਨੂੰ ਉੱਥੇ ਰੋਕ ਕੇ ਅੰਦਰ ਚਲਾ ਗਿਆ। ਅੰਦਰੋਂ ਇੱਕ ਔਰਤ ਆਈ ਜੋ ਵਾਰਡਨ ਸੀ। ਉਸਨੇ ਬੜੇ ਰੁੱਖੇ ਸ਼ਬਦਾਂ ਵਿੱਚ ਕਿਹਾ, ਰਾਤ ਦੇ 2 ਵਜੇ ਤੁਸੀਂ ਉਹਨਾਂ ਨੂੰ ਕਿਤੇ ਲਿਜਾ ਕੇ ਮਾਰ ਦਿਓ, ਫਿਰ ਮੈਂ ਆਪਣੇ ਰੱਬ ਨੂੰ ਕੀ ਜਵਾਬ ਦਊਂ? ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ, ਇਹਨਾਂ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੈ। ਆਖਰ ਕਿਸੇ ਤਰ੍ਹਾਂ ਉਹ ਸਾਨੂੰ ਮਾਂ ਦੇ ਕਮਰੇ ਵਿੱਚ ਲੈ ਗਈ। ਕਮਰੇ ਦੇ ਜੋ ਹਾਲਾਤ ਸਨ, ਮੈਂ ਉਸ ਦ੍ਰਿਸ਼ ਨੂੰ ਬਿਆਨ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ। ਸਿਰਫ ਇੱਕ ਫੋਟੋ ਜਿਸ ਵਿੱਚ ਪੂਰਾ ਪਰਿਵਾਰ ਹੈ ਅਤੇ ਮਾਂ ਨੇ ਉਹ ਇਸ ਤਰ੍ਹਾਂ ਆਪਣੇ ਨਾਲ ਰੱਖੀ ਹੋਈ ਸੀ ਜਿਵੇਂ ਨਾਲ ਕੋਈ ਬੱਚਾ ਸੁੱਤਾ ਪਿਆ ਹੋਵੇ। ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਕਿਤੇ ਘਰ ਦੀ ਗੱਲ ਬਾਹਰ ਨਾ ਚਲੀ ਜਾਵੇ, ਪਰ ਜਦੋਂ ਮੈਂ ਕਿਹਾ ਕਿ ਅਸੀਂ ਤੁਹਾਨੂੰ ਲੈਣ ਆਏ ਹਾਂ ਤਾਂ ਸਾਰਾ ਪਰਿਵਾਰ ਇੱਕ ਦੂਜੇ ਦੇ ਗਲ ਲੱਗ ਕੇ ਰੋਣ ਲੱਗ ਪਿਆ। ਨਾਲ ਵਾਲੇ ਕਮਰਿਆਂ ਵਿੱਚ ਹੋਰ ਵੀ ਬਜ਼ੁਰਗ ਸਨ। ਸਾਰੇ ਉੱਠ ਕੇ ਬਾਹਰ ਆ ਗਏ। ਉਹਨਾਂ ਦੀਆਂ ਵੀ ਅੱਖਾਂ ਨਮ ਸਨ। ਕੁਝ ਸਮੇਂ ਬਾਅਦ ਤੁਰਨ ਦੀ ਤਿਆਰੀ ਕੀਤੀ ਗਈ। ਸਾਰੇ ਆਸ਼ਰਮ ਦੇ ਲੋਕ ਬਾਹਰ ਤੱਕ ਛੱਡਣ ਆਏ। ਹਰ ਕੋਈ ਇਸ ਉਮੀਦ ਨਾਲ ਦੇਖ ਰਿਹਾ ਸੀ ਕਿ ਸ਼ਾਇਦ ਕੋਈ ਉਹਨਾਂ ਨੂੰ ਵੀ ਲੈਣ ਆਵੇ। ਸਾਰੇ ਰਾਹ ਬੱਚੇ ਅਤੇ ਭਰਜਾਈ ਕੁਝ ਨਾ ਬੋਲੇ, ਪਰ ਭਾਈ ਸਾਹਿਬ ਅਤੇ ਮਾਤਾ ਜੀ ਆਪਣੇ ਪੁਰਾਣੇ ਰਿਸ਼ਤੇ ਤੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਪਾ ਰਹੇ ਸਨ। ਘਰ ਪਹੁੰਚਦੇ ਕਰੀਬ 3:45 ਵੱਜ ਗਏ ਸਨ। ਭਾਬੀ ਜੀ ਸਮਝ ਗਏ ਸਨ ਕਿ ਉਹਨਾਂ ਦੀਆਂ ਖੁਸ਼ੀਆਂ ਦੀ ਚਾਬੀ ਕਿੱਥੇ ਹੈ। ਮੈਂ ਵੀ ਆਪਣੇ ਘਰ ਵੱਲ ਚੱਲ ਪਿਆ, ਪਰ ਸਾਰੀਆਂ ਗੱਲਾਂ ਅਤੇ ਉਹ ਸੀਨ ਪੂਰੇ ਰਸਤੇ ਇੱਕ ਫਿਲਮ ਵਾਂਗ ਮੇਰੀਆਂ ਅੱਖਾਂ ਸਾਹਮਣੇ ਘੁੰਮਦੇ ਰਹੇ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਜੀ।